ਹਰ ਕੁੜੀ ਦੀ ਤਰ੍ਹਾਂ ਵਿਆਹ ਦੀ ਪਹਿਲੀ ਰਾਤ ਮੈਂ ਵੀ ਇੱਕ ਆਪਣੇ ਪਤੀ ਰੋਹਿਤ ਦਾ ਇੰਤਜ਼ਾਰ ਕਰ ਰਹੀ ਸੀ। ਅਜੀਬ ਜਿਹੀ ਬੇਚੈਨੀ ਸੀ, ਕਿਉਂਕਿ ਇਹ ਰਿਸ਼ਤਾ ਮੇਰੇ ਮਾਂ-ਬਾਪ ਦੀ ਪਸੰਦ ਮਰਜ਼ੀ ਨਾਲ ਹੋਇਆ ਸੀ। ਮੇਰੇ ਦਿਮਾਗ ਵਿੱਚ ਬਹੁਤ ਸਾਰੇ ਵਿਚਾਰ ਚੱਲ ਰਹੇ ਸੀ, ਸੋਚਾਂ ਵਿੱਚ ਗੁੰਮ ਬੈਠੀ ਸੀ। ਪਤਾ ਵੀ ਨਹੀਂ ਕਿ ਕਦੋਂ 10 ਵੱਜ ਗਏ, ਪਰ ਹਜੇ ਤਾਂ ਰੋਹਿਤ ਕਮਰੇ ਵਿੱਚ ਨਹੀਂ ਸੀ ਆਇਆ। ਬਹੁਤ ਸਮੇਂ ਬਾਅਦ ਉਹ ਕਮਰੇ ਵਿੱਚ ਆਇਆ। ਮੈਂ ਕਿਹਾ, ਕਦੋਂ ਦਾ ਇੰਤਜ਼ਾਰ ਕਰ ਰਹੀ ਹਾਂ? ਰੋਹਿਤ ਤਾਂ ਕਹਿਣ ਲੱਗਿਆ, ਮੈਂ ਮਾਂ ਦੇ ਕਮਰੇ ਵਿੱਚ ਸੀ। ਮੈਂ ਉਹਨਾਂ ਦੀਆਂ ਲੱਤਾਂ ਦਬਾ ਰਿਹਾ ਸੀ। ਹਰ ਰੋਜ਼ ਸੌਣ ਤੋਂ ਪਹਿਲਾਂ ਮਾਂ ਦੀਆਂ ਲੱਤਾਂ ਦਬਾਉਂਦਾ ਹਾਂ। ਮੈਂ ਉਸ ਸਮੇਂ ਇਸ ਗੱਲ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਚਲੋ, ਉਹ ਰੋਹਿਤ ਦੀ ਮਾਂ ਹੈ, ਰੋਹਿਤ ਦਾ ਫਰਜ਼ ਬਣਦਾ ਉਹ ਆਪਣੀ ਮਾਂ ਦਾ ਖਿਆਲ ਰੱਖੇ। ਪਰ ਮੈਂ ਹੈਰਾਨ ਇਸ ਗੱਲ ਤੋਂ ਸੀ, ਕਿਉਂਕਿ ਉਹ ਰੋਹਿਤ ਦਾ ਰੋਜ਼ ਦਾ ਮਸਲਾ ਬਣ ਚੁੱਕਿਆ ਸੀ। ਉਹ ਸ਼ਾਮ ਹੁੰਦੇ ਹੀ ਆਪਣੀ ਮਾਂ ਦੇ ਕਮਰੇ ਵਿੱਚ ਚਲਿਆ ਜਾਂਦਾ ਤੇ ਦੋਨੋਂ ਕਮਰਾ ਅੰਦਰੋਂ ਬੰਦ ਕਰ ਲੈਂਦੇ। ਮੈਨੂੰ ਰੋਹਿਤ ਦਾ ਇਹ ਰਵੱਈਆ ਥੋੜ੍ਹਾ ਜਿਹਾ ਅਜੀਬ ਜਿਹਾ ਲੱਗਦਾ ਸੀ। ਉਹ ਇੰਨੀ ਦੇਰ ਤੱਕ ਮਾਂ ਦੀਆਂ ਲੱਤਾਂ ਦਬਾਉਂਦਾ ਕਿਉਂ ਹੈ? ਮੈਨੂੰ ਥੋੜ੍ਹਾ ਸ਼ੱਕ ਹੋਣ ਲੱਗਿਆ। ਇੱਕ ਦਿਨ ਮੈਂ ਪੱਕਾ ਇਰਾਦਾ ਕਰ ਲਿਆ, ਮੈਂ ਇਹ ਰਾਜ਼ ਜਾਣ ਕੇ ਰਹਾਂਗੀ। ਉਹ ਦੋਨੋਂ ਆਖਰੀ ਕਮਰਾ ਬੰਦ ਕਰ ਵਿੱਚ ਕੀ ਕਰਦੇ ਹਨ? ਮੇਰਾ ਨਾਮ ਸੁਮਨ ਹੈ। ਮੇਰੀ ਉਮਰ 20 ਸਾਲ ਹੈ। ਮੈਂ ਬਹੁਤ ਗਰੀਬ ਘਰ ਵਿੱਚ ਪੈਦਾ ਹੋਈ। ਅਸੀਂ 3 ਭੈਣਾਂ। ਮੇਰੀਆਂ ਸਕੀਆਂ ਭੈਣਾਂ ਨਹੀਂ ਸਨ, ਮਤਰੀਆਂ ਸਨ, ਕਿਉਂਕਿ ਮੇਰੇ ਪਿਤਾ ਦੇ 2 ਵਿਆਹ ਹੋਏ ਸਨ। ਪਹਿਲੇ ਵਿਆਹ ਤੋਂ ਅਸੀਂ 2 ਬੇਟੀਆਂ। ਉਹਨਾਂ ਦੀ ਪਹਿਲੀ ਪਤਨੀ ਕਿਸੇ ਬਿਮਾਰੀ ਦੇ ਚਲਦੇ ਚੱਲ ਵਸੀ ਸੀ। ਬੇਟੇ ਦੀ ਖੁਆਇਸ਼ ਕਰਕੇ ਪਾਪਾ ਨੇ ਦੂਜਾ ਵਿਆਹ ਕਰਵਾ ਲਿਆ ਸੀ। ਪਰ ਸਾਲ ਬਾਅਦ ਮੈਂ ਪੈਦਾ ਹੋਈ। ਮੇਰੇ ਪੈਦਾ ਹੋਣ 'ਤੇ ਮੇਰੇ ਪਿਓ ਨੂੰ ਬਹੁਤ ਦੁੱਖ ਹੋਇਆ। ਸਮਾਂ ਬੀਤਦਾ ਗਿਆ। ਮੇਰੀਆਂ ਮਤਰੇਈਆਂ ਭੈਣਾਂ ਦਾ ਵਿਆਹ ਹੋ ਗਿਆ। ਕੁਝ ਸਮੇਂ ਬਾਅਦ ਮੇਰੇ ਪਾਪਾ ਵੀ ਬਿਮਾਰ ਰਹਿਣ ਲੱਗੇ। ਮੇਰੀ ਮਾਂ ਬਹੁਤ ਪਰੇਸ਼ਾਨ ਸੀ, ਕਿਉਂਕਿ ਪਾਪਾ ਦਾ ਇਲਾਜ ਲਈ ਪੈਸੇ ਵੀ ਨਹੀਂ ਸਨ। ਮਜਬੂਰਨ ਮੇਰੀ ਮਾਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਨ ਲੱਗੀ। ਮੇਰੀ ਵੀ ਪੜ੍ਹਾਈ ਛੁੱਟ ਗਈ। ਕਦੇ-ਕਦੇ ਆਪਣੀ ਮਾਂ ਨਾਲ ਕੰਮ ਕਰਾਉਣ ਚਲੀ ਜਾਂਦੀ। ਮੇਰੀ ਮਾਂ ਮੁਸ਼ਕਲ ਨਾਲ ਘਰ ਦਾ ਖਰਚਾ ਉਠਾ ਰਹੀ ਸੀ। ਜਦੋਂ ਮੈਂ 20 ਸਾਲ ਦੀ ਹੋਈ ਤਾਂ ਮੇਰੇ ਲਈ ਰਿਸ਼ਤੇ ਆਉਣ ਲੱਗੇ। ਮੇਰਾ ਮਾਂ-ਪਿਓ ਹਜੇ ਮੇਰੇ ਵਿਆਹ ਦਾ ਖਰਚਾ ਨਹੀਂ ਉਠਾ ਸਕਦੇ ਸਨ। ਇੱਕ ਦਿਨ ਅਜਿਹਾ ਰਿਸ਼ਤਾ ਆਇਆ ਜਿਸ ਲਈ ਮੇਰੀ ਮਾਂ ਨੇ ਝੱਟ ਹਾਂ ਕਰ ਦਿੱਤੀ। ਮੁੰਡੇ ਦਾ ਨਾਂ ਰੋਹਿਤ। ਇਕੱਲਾ ਮੁੰਡਾ, ਉਸਦਾ ਆਪਣਾ ਕੰਮ ਸੀ, ਚੰਗਾ ਕਮਾਉਂਦਾ ਸੀ। ਮੁੰਡੇ ਵਾਲਿਆਂ ਨੇ ਕਿਹਾ ਕਿ ਅਸੀਂ ਕੁੜੀ ਨੂੰ 3 ਕੱਪੜਿਆਂ ਵਿੱਚ ਲੈ ਜਾਵਾਂਗੇ। ਕੋਈ ਦਹੇਜ ਨਹੀਂ, ਰੱਬ ਦਾ ਦਿੱਤਾ ਸਭ ਕੁਝ ਹੈ। ਇਹ ਸੁਣ ਕੇ ਬਹੁਤ ਖੁਸ਼ ਸੀ। ਮੇਰਾ ਰਿਸ਼ਤਾ ਪੱਕਾ ਹੋ ਗਿਆ। ਉਸਨੇ ਵਿਆਹ ਲਈ 1 ਹਫ਼ਤਾ ਦਿੱਤਾ। ਵਿਆਹ ਕਰਕੇ ਮੈਂ ਆਪਣੇ ਸਸੁਰਾਲ ਆ ਗਈ। ਘਰ ਬਹੁਤ ਸੋਹਣਾ ਸੀ। ਮੈਨੂੰ ਕਿਸਮਤ 'ਤੇ ਯਕੀਨ ਨਹੀਂ ਹੋ ਰਿਹਾ ਸੀ। ਮੇਰੀ ਸੱਸ ਪਤੀ ਦਾ ਵਿਵਹਾਰ ਬਹੁਤ ਚੰਗਾ ਚੱਲ ਰਿਹਾ ਸੀ। ਮੇਰੀ ਜ਼ਿੰਦਗੀ ਵਿੱਚ ਸਭ ਵਧੀਆ ਚੱਲ ਰਿਹਾ ਸੀ। ਮੈਂ ਬਹੁਤ ਖੁਸ਼ ਸੀ। ਪਰ ਇੱਕ ਗੱਲ ਅਜੀਬ ਸੀ। ਜਦੋਂ ਸਵੇਰੇ ਰੋਹਿਤ ਕੰਮ 'ਤੇ ਚਲਿਆ ਜਾਂਦਾ, ਥੋੜ੍ਹੀ ਦੇਰ ਬਾਅਦ ਮੇਰੀ ਸੱਸ ਬਿਨਾਂ ਦੱਸੇ ਘਰੋਂ ਚਲੀ ਜਾਂਦੀ। ਮੈਨੂੰ ਸਮਝ ਨਹੀਂ ਸੀ ਆ ਰਿਹਾ ਕਿ ਉਹ ਰੋਜ਼ ਕਿੱਥੇ ਜਾਂਦੀ ਹੈ। ਇੱਕ ਦਿਨ ਮੈਂ ਆਪਣੀ ਸੱਸ ਤੋਂ ਪੁੱਛ ਹੀ ਲਿਆ ਤਾਂ ਉਹ ਕਹਿਣ ਲੱਗੀ ਕਿ ਉਹ ਆਪਣੀ ਸਹੇਲੀ ਕੋਲ ਚਲੀ ਜਾਂਦੀ ਹੈ, ਉਸ ਨਾਲ ਸਮਾਂ ਵਧੀਆ ਗੁਜ਼ਰਦਾ ਹੈ। ਮੈਂ ਵੀ ਉਸਦੀ ਗੱਲ 'ਤੇ ਯਕੀਨ ਕਰ ਲਿਆ। ਫਿਰ ਉਹ ਕਦੇ ਉਸਨੂੰ ਬਾਰੇ ਨਹੀਂ ਪੁੱਛਿਆ। ਸਮਾਂ ਇਸੇ ਤਰ੍ਹਾਂ ਗੁਜ਼ਰਦਾ ਗਿਆ। ਮੇਰੀ ਸੱਸ ਮੇਰਾ ਬਹੁਤ ਧਿਆਨ ਰੱਖਦੀ। ਉਹ ਰੋਜ਼ ਰਾਤ ਨੂੰ ਮੈਨੂੰ ਦੁੱਧ ਦਾ ਗਲਾਸ ਆਪਣੇ ਹੱਥਾਂ ਨਾਲ ਪਿਲਾਉਂਦੀ। ਮੇਰੀ ਸੱਸ ਦੀ ਉਮਰ ਬਹੁਤ ਲੱਗਦੀ ਸੀ। 1 ਮਹੀਨਾ ਹੋ ਗਿਆ। ਇੱਕ ਦਿਨ ਅਚਾਨਕ ਮੇਰੀ ਤਬੀਅਤ ਖਰਾਬ ਹੋ ਗਈ। ਉਹ ਹਸਪਤਾਲ ਲੈ ਗਈ। ਡਾਕਟਰ ਨੇ ਜੋ ਦੱਸਿਆ, ਉਹ ਸੁਣ ਕੇ ਮੇਰੇ ਪੈਰਾਂ ਥੱਲੇ ਜ਼ਮੀਨ ਖਿਸਕ ਗਈ। ਮੈਂ ਤਬੀਅਤ ਜ਼ਿਆਦਾ ਖਰਾਬ ਹੋਣ ਕਰਕੇ ਆਪਣਾ ਬੱਚਾ ਖੋ ਦਿੱਤਾ ਸੀ। ਮੇਰੀ ਸੱਸ ਨੇ ਰੋਹਿਤ ਨੇ ਮੈਨੂੰ ਬਹੁਤ ਦਿਲਾਸਾ ਦਿੱਤਾ। ਮੈਂ ਸਦਮੇ ਵਿੱਚ 1 ਹਫ਼ਤਾ ਮੰਜੇ 'ਤੇ ਪਈ ਰਹੀ। ਹੌਲੀ-ਹੌਲੀ ਜ਼ਿੰਦਗੀ ਫਿਰ ਨਾਰਮਲ ਹੋ ਗਈ। ਫਿਰ ਰੱਬ ਤੋਂ ਹਮੇਸ਼ਾ ਬੱਚੇ ਦੀ ਦੁਆ ਮੰਗਦੀ। ਕੁਝ ਸਮੇਂ ਬਾਅਦ ਫਿਰ ਤੋਂ ਉਮੀਦ ਨਾਲ ਹੋਈ। ਮੈਂ ਬਹੁਤ ਖੁਸ਼ ਸੀ, ਪਰ ਇਸ ਵਾਰ ਫਿਰ ਬਿਮਾਰ ਹੋ ਗਈ। ਮੈਂ ਫਿਰ ਬੱਚਾ ਖੋ ਦਿੱਤਾ। ਅਜੀਬ ਗੱਲ ਇਹ ਸੀ ਕਿ ਪਤੀ ਤੇ ਸੱਸ ਦੋਵੇਂ ਰਵੱਈਏ ਵਿੱਚ ਕੋਈ ਫਰਕ ਨਹੀਂ ਪਿਆ। ਮੈਂ ਬਿਮਾਰ ਰਹਿਣ ਲੱਗ ਪਈ ਸੀ। ਹਮੇਸ਼ਾ ਇਹ ਸੋਚਦੀ ਰਹਿੰਦੀ ਕਿ ਮੇਰੇ ਨਾਲ ਕੀ ਹੋ ਰਿਹਾ। ਮੇਰੇ ਪਤੀ 3-4 ਵਾਰ ਇਸੇ ਤਰ੍ਹਾਂ ਹੋਇਆ, ਪਰ ਮੇਰੀ ਸੱਸ ਤੇ ਰੋਹਿਤ ਦੇ ਰਵੱਈਏ ਵਿੱਚ ਜ਼ਰਾ ਵੀ ਬਦਲਾਅ ਨਹੀਂ ਆਇਆ। ਮੈਂ ਮਾਨਸਿਕ ਰੂਪ ਤੋਂ ਪਰੇਸ਼ਾਨ ਰਹਿਣ ਲੱਗੀ। ਕੁਝ ਸਮਝ ਨਹੀਂ ਸੀ ਆ ਰਿਹਾ। ਇਸੇ ਦੌਰਾਨ ਮੇਰੇ ਪਾਪਾ ਵੀ ਚੱਲ ਵਸੇ। ਮੇਰੀ ਮਾਂ ਇਕੱਲੀ ਰਹਿ ਗਈ। ਮੈਨੂੰ ਲੱਗਣ ਲੱਗਿਆ, ਜਿੰਨੀ ਤੇਜ਼ੀ ਨਾਲ ਖੁਸ਼ੀਆਂ ਮੇਰੀ ਜ਼ਿੰਦਗੀ ਵਿੱਚ ਆਈਆਂ ਸੀ, ਉਨੀ ਤੇਜ਼ੀ ਨਾਲ ਵਾਪਸ ਚਲੀ ਗਈਆਂ। ਸਭ ਕੁਝ ਅਜੀਬ ਜਿਹਾ ਹੋ ਰਿਹਾ ਸੀ। ਇੱਕ ਦਿਨ ਮੇਰੀ ਜ਼ਿੰਦਗੀ ਵਿੱਚ ਅਜਿਹਾ ਮੋੜ ਆਇਆ ਜਿਸ ਨੇ ਮੇਰੀ ਰੂਹ ਨੂੰ ਚੀਰ ਕੇ ਰੱਖ ਦਿੱਤਾ। ਉਸ ਦਿਨ ਮੇਰੀਆਂ ਅੱਖਾਂ ਤੋਂ ਸਾਰੀਆਂ ਪੱਟੀਆਂ ਉਤਰ ਗਈਆਂ। ਮੈਂ ਆਪਣੀ ਸੱਸ ਤੇ ਪਤੀ ਦੀਆਂ ਗੱਲਾਂ ਸੁਣ ਕੇ ਸੁੰਨ ਹੋ ਗਈ। ਇੱਕ ਦਿਨ ਰਾਤ ਨੂੰ ਪਾਣੀ ਪੀਣ ਲਈ ਉੱਠੀ ਤਾਂ ਰਸੋਈ ਵਿੱਚ ਪਾਣੀ ਪੀ ਕੇ ਵਾਪਸ ਆ ਰਹੀ ਤਾਂ ਮੈਂ ਸੱਸ ਦੇ ਕਮਰੇ ਵਿੱਚੋਂ ਹਾਸੇ ਦੀਆਂ ਆਵਾਜ਼ਾਂ ਸੁਣੀਆਂ। ਮੈਂ ਕੋਲ ਜਾ ਕੇ ਉਹਨਾਂ ਦੀਆਂ ਗੱਲਾਂ ਸੁਣਨ ਦੀ ਕੋਸ਼ਿਸ਼ ਕੀਤੀ। ਮੇਰਾ ਪਤੀ ਆਪਣੀ ਮਾਂ ਨੂੰ ਉਸਦੇ ਨਾਮ ਨਾਲ ਬੁਲਾ ਰਿਹਾ ਸੀ। ਮੇਰੀ ਸੱਸ ਦਾ ਨਾਮ ਸੁਨੀਤਾ ਸੀ। ਰੋਹਿਤ ਕਹਿ ਰਿਹਾ ਸੀ ਕਿ ਸੁਨੀਤਾ ਹੌਲੀ ਬੋਲ, ਸੁਮਨ ਨਾ ਉੱਠ ਜਾਵੇ। ਮੇਰੀ ਸੱਸ ਨੇ ਕਿਹਾ, ਬੇਫਿਕਰ ਰਹਿ,
ਉਹ ਨਹੀਂ ਉੱਠਦੀ, ਉਹਨੂੰ ਮੈਂ ਨੀਂਦ ਦੀਆਂ ਗੋਲੀਆਂ ਦੇ ਕੇ ਸੁਲਾਇਆ ਹੈ। ਫਿਰ ਦੋਨੋਂ ਹੱਸਣ ਲੱਗੇ। ਮੈਨੂੰ ਕੰਨਾਂ 'ਤੇ ਯਕੀਨ ਨਹੀਂ ਹੋ ਰਿਹਾ ਸੀ। ਉਹਨਾਂ ਦੀਆਂ ਹੋਰ ਗੱਲਾਂ ਸੁਣਨ ਦੀ ਕੋਸ਼ਿਸ਼ ਕੀਤੀ ਪਰ ਸੁਣ ਨਾ ਪਾਈ, ਇਸ ਲਈ ਕਮਰੇ ਵਿੱਚ ਆ ਗਈ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਮੇਰੇ ਨਾਲ ਅਜਿਹਾ ਕਿਉਂ ਕਰ ਰਹੇ ਨੇ। ਅਗਲੇ ਦਿਨ ਮੈਂ ਪਹਿਲਾਂ ਦੀ ਤਰ੍ਹਾਂ ਹੀ ਉੱਠੀ ਤੇ ਸ਼ੱਕ ਨਾ ਹੋਵੇ ਮੈਂ ਉਹਨਾਂ 'ਤੇ। ਅਗਲੀ ਰਾਤ ਜਦੋਂ ਸੱਸ ਨੇ ਮੈਨੂੰ ਦਵਾਈ ਦੇਣ ਲਈ ਆਈ ਤਾਂ ਮੈਂ ਧਿਆਨ ਹੋਰ ਪਾਸੇ ਕਰਕੇ ਗੋਲੀ ਛੁਪਾ ਦਿੱਤੀ ਤੇ ਸੱਸ ਨੂੰ ਇਸ ਤਰ੍ਹਾਂ ਦਿਖਾਇਆ ਜਿਵੇਂ ਗੋਲੀ ਖਾ ਲਈ ਹੋਵੇ। ਮੇਰੀ ਸੱਸ ਨੇ ਆਪਣੇ ਕਮਰੇ ਵਿੱਚ ਚਲੀ ਗਈ। ਫਿਰ ਮੇਰੇ ਪਤੀ ਵੀ ਮਾਂ ਦੀਆਂ ਲੱਤਾਂ ਦਬਾਉਣ ਦੇ ਬਹਾਨੇ ਉਸਦੇ ਕਮਰੇ ਵਿੱਚ ਚਲੇ ਗਿਆ। ਜਦੋਂ ਉਹਨਾਂ ਨੇ ਦਰਵਾਜ਼ਾ ਬੰਦ ਕਰ ਲਿਆ ਤਾਂ ਮੈਂ ਉੱਠ ਕੇ ਕਮਰੇ ਦੇ ਬਾਹਰ ਜਾ ਖੜ੍ਹੀ। ਰੋਹਿਤ ਕਹਿ ਰਿਹਾ ਸੀ ਕਿ ਸੁਨੀਤਾ, ਲੱਗਦਾ ਹੈ ਕਿ ਸੁਮਨ ਵੀ ਬੱਚਾ ਪੈਦਾ ਨਹੀਂ ਕਰ ਸਕਦੀ। ਫਿਰ ਫਾਇਦਾ ਕੀ ਹੈ ਦੂਜਾ ਵਿਆਹ ਕਰਾਉਣ ਦਾ। ਹੁਣ ਉਹ ਕਦੇ ਮਾਂ ਨਹੀਂ ਬਣ ਸਕਦੀ। ਮੈਨੂੰ ਤਾਂ ਬੱਚਾ ਚਾਹੀਦਾ ਹੈ, ਉਹ ਵੀ ਹਰ ਹਾਲ ਵਿੱਚ। ਸੁਨੀਤਾ ਨੇ ਕਿਹਾ, ਕੋਈ ਗੱਲ ਨਹੀਂ, ਆਪਣੇ ਪਤੀ ਦਾ ਇੱਕ ਹੋਰ ਵਿਆਹ ਕਰਵਾ ਦੇਵਾਂਗੀ, ਉਹ ਬੱਚਾ ਪੈਦਾ ਕਰ ਦੇਵੇਗਾ। ਤਾਂ ਰੋਹਿਤ ਨੇ ਕਿਹਾ ਕਿ ਇਸ ਸੁਮਨ ਦਾ ਕੀ ਕਰਨਾ। ਸੁਨੀਤਾ ਨੇ ਕਿਹਾ, ਇਹ ਤਾਂ ਆਪਣੇ ਆਪ ਮਰ ਜਾਵੇਗੀ। ਫਿਰ ਦੋਨੋਂ ਹੱਸਣ ਲੱਗੇ। ਪੈਰਾਂ ਥੱਲਿਓਂ ਮੇਰੇ ਜ਼ਮੀਨ ਖਿਸਕ ਗਈ। ਜਿਸ ਨੂੰ ਮੈਂ ਆਪਣੀ ਸੱਸ ਸਮਝ ਰਹੀ ਸੀ, ਉਹ ਮੇਰੇ ਪਤੀ ਦੀ ਪਹਿਲੀ ਪਤਨੀ ਸੀ। ਐਡਾ ਵੱਡਾ ਧੋਖਾ ਹੋ ਗਿਆ। ਮੇਰੇ ਨਾਲ ਕਮਰੇ ਵਿੱਚ ਚਲੀ ਗਈ। ਰੋਣ ਲੱਗੀ ਕਿ ਮੇਰਾ ਕੀ ਗੁਨਾਹ ਜਿਸ ਦੀ ਸਜ਼ਾ ਮੈਨੂੰ ਮਿਲੀ ਹੈ। ਮੈਂ ਸੋਚਿਆ ਸਵੇਰੇ ਰੋਹਿਤ ਦੇ ਕੰਮ ਜਾਣ ਤੋਂ ਬਾਅਦ ਸੁਨੀਤਾ ਨੂੰ ਪੁੱਛਾਂਗੀ ਮੇਰੇ ਨਾਲ ਅਜਿਹਾ ਕਿਉਂ ਕੀਤਾ। ਮੈਂ ਸਵੇਰੇ ਰੋਹਿਤ ਦੇ ਜਾਣ ਤੋਂ ਬਾਅਦ ਸੁਨੀਤਾ ਦੇ ਕਮਰੇ ਵਿੱਚ ਗਈ। ਸਿੱਧਾ ਹੀ ਉਸਨੂੰ ਪੁੱਛ ਲਿਆ, ਸੁਨੀਤਾ, ਮੇਰੇ ਨਾਲ ਅਜਿਹਾ ਕਿਉਂ ਕੀਤਾ। ਮੇਰੇ ਸਵਾਲ ਨਾਲ ਉਹ ਚੌਂਕ ਗਈ, ਪਰ ਉਹ ਸਮਝ ਗਈ ਮੈਨੂੰ ਸਭ ਪਤਾ ਲੱਗ ਗਿਆ। ਫਿਰ ਉਸਨੇ ਅਸਲੀ ਰੂਪ ਵਿੱਚ ਆ ਗਈ ਤੇ ਕਹਿਣ ਲੱਗੀ, ਹੁਣ ਤੈਨੂੰ ਤੇ ਸਾਨੂੰ ਤੇਰੀ ਜ਼ਰੂਰਤ ਨਹੀਂ। ਮੈਂ ਬੱਚਾ ਪੈਦਾ ਨਹੀਂ ਕਰ ਸਕਦੀ ਸੀ, ਇਸ ਲਈ ਅਸੀਂ ਦੋਨਾਂ ਨੇ ਮਿਲ ਕੇ ਇਹ ਪਲਾਨ ਬਣਾਇਆ ਸੀ। ਪਰ ਮੈਂ ਨਹੀਂ ਚਾਹੁੰਦੀ ਸੀ ਰੋਹਿਤ ਦੀ ਔਲਾਦ ਕਿਸੇ ਹੋਰ ਦੀ ਹੋਵੇ, ਇਸ ਲਈ ਮੈਂ ਤੇਰੇ ਬੱਚੇ ਵੀ ਮਾਰਦੀ ਰਹੀ, ਤੈਨੂੰ ਅਜਿਹੀਆਂ ਦਵਾਈਆਂ ਦਿੰਦੀ ਰਹੀ, ਬਹੁਤ ਜਲਦ ਤੂੰ ਮਰ ਜਾਵੇਂ। ਮੈਂ ਉਸਨੂੰ ਕਿਹਾ, ਤੂੰ ਜੋ ਮੇਰੇ ਨਾਲ ਕੀਤਾ, ਰੱਬ ਤੈਨੂੰ ਇਸ ਦੀ ਸਜ਼ਾ ਜ਼ਰੂਰ ਦੇਵੇਗਾ। ਉਹ ਘਰ ਛੱਡ ਕੇ ਆ ਗਈ ਤੇ ਆਪਣੀ ਮਾਂ ਨਾਲ ਰਹਿਣ ਲੱਗੀ। ਕੁਝ ਸਮੇਂ ਬਾਅਦ ਖਬਰ ਆਈ ਕਿ ਉਹਨਾਂ ਦੋਨਾਂ ਦੀ ਕਾਰ ਐਕਸੀਡੈਂਟ ਵਿੱਚ ਮੌਤ ਹੋ ਗਈ ਹੈ। ਮੈਂ ਵੀ ਜ਼ਿੰਦਗੀ ਦੇ ਅਖੀਰ ਦਿਨ ਗਿਣ ਰਹੀ ਸੀ। ਮੈਂ ਤਾਂ ਸਭ ਕੁਝ ਰੱਬ 'ਤੇ ਛੱਡ ਦਿੱਤਾ, ਪਰ ਇਸ ਦੌਰਾਨ ਮੇਰਾ ਇੱਕੋ ਇੱਕ ਸਹਾਰਾ ਮੇਰੀ ਮਾਂ ਰੱਬ ਨੂੰ ਪਿਆਰੀ ਹੋ ਗਈ। ਮੈਂ ਇੱਕ ਦਿਨ ਹਸਪਤਾਲ ਵਿੱਚ ਸਫਾਈ ਦਾ ਕੰਮ ਕਰਨ ਲੱਗੀ, ਜਿਸ ਨਾਲ ਪੇਟ ਪਾਲ ਰਹੀ ਸੀ। ਇਸੇ ਹਸਪਤਾਲ ਵਿੱਚ ਇੱਕ ਮੁੰਡਾ ਮਾਲੀ ਦਾ ਕੰਮ ਕਰਦਾ। ਉਸਦਾ ਦੁਨੀਆ ਵਿੱਚ ਕੋਈ ਨਹੀਂ ਸੀ। ਉਸਦੀ ਪਤਨੀ ਮਰ ਚੁੱਕੀ ਸੀ, ਕੋਈ ਔਲਾਦ ਵੀ ਨਹੀਂ ਸੀ। ਉਹ ਮੈਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਦਾ। ਉਸਦਾ ਨਾਮ ਅਮਰ ਸੀ। ਉਸ ਨਾਲ ਵਕਤ ਗੁਜ਼ਰ ਵਧੀਆ ਲੱਗਦਾ। ਜ਼ਿੰਦਗੀ ਫਿਰ ਹਸੀਨ ਹੋ ਗਈ। ਇੱਕ ਦਿਨ ਅਮਨ ਨੇ ਮੈਨੂੰ ਕਿਹਾ ਕਿ ਉਹ ਮੈਨੂੰ ਪਸੰਦ ਕਰਦਾ। ਮੈਂ ਵੀ ਉਸਨੂੰ ਪਸੰਦ ਕਰਨ ਲੱਗੀ। ਫਿਰ ਅਸੀਂ ਵਿਆਹ ਕਰਵਾ ਲਿਆ। ਬਹੁਤ ਚੰਗਾ ਸੀ, ਮੇਰਾ ਬਹੁਤ ਧਿਆਨ ਰੱਖਦਾ। ਉਸਨੇ ਮੇਰਾ ਇਲਾਜ ਵੀ ਕਰਵਾਇਆ ਤੇ ਫਿਰ ਤੋਂ ਉਮੀਦ ਨਾਲ ਹੋਈ। ਮੈਂ ਇੱਕ ਬੇਟੇ ਨੂੰ ਜਨਮ ਦਿੱਤਾ। ਮੈਂ ਆਪਣੀ ਜ਼ਿੰਦਗੀ ਵਿੱਚ ਖੁਸ਼ ਸੀ। ਬਹੁਤ ਅਮੀਰ ਤਾਂ ਨਹੀਂ, ਪਰ ਜ਼ਿੰਦਗੀ ਸਕੂਨ ਤੇ ਖੁਸ਼ੀ ਤੇ ਹਰ ਖੁਸ਼ੀ ਸੀ। ਜੇਕਰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਦੱਬ ਦਿਓ। ਵੀਡੀਓ ਸ਼ੇਅਰ ਕਰ ਦਿਓ, ਕਮੈਂਟ ਕਰਕੇ ਦੱਸਿਓ ਵੀਡੀਓ ਕਿੱਦਾਂ ਦੀ ਲੱਗੀ। ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰਿਓ, ਨਿਊ ਸਬਸਕ੍ਰਾਈਬਰ ਨੇ ਜਿੰਨੇ, ਤੇ ਵੀਡੀਓ ਨੂੰ ਸ਼ੇਅਰ ਕਰਿਓ। ਧੰਨਵਾਦ ਵੀਡੀਓ ਦੇਖਣ ਲਈ। ਲਵ ਯੂ ਆਲ।